सेव होली खिली संत सेव होली खिली संत सेव रंग लगायत लाल दे रंग लगायत लाल देव होली खिली संत सेव होली खिली संत सेव रंग लगायत लाल देव रंग लगायत लाल देव होली खिली संत सेव होली खिली संत सेव गुर सेवियो कर नमस्कार गुर सेवो कर नमस्कार आज हमारे मंगल चार आज हमारे मायानंद आज हमारे मायानंद चिंत लाती पेटे गोविंद चिंत लाती पेटे गोविंद होली खिली संत सेव होली खिली संत सेव रंग लगायत लाल देव रंग लगायत लाल देव होली खिली संत सेव होली खिली संत सेव आज हमारे ग्रह बसंत गुण गाए प्रभु तुम है बेअंत आज हमारे बने पाग प्रभु संगी बिल खेलन लाग आज हमारे बने पाग प्रभु संगी बिल खेलन लाग होली खिली संत सेव होली खिली संत सेव मन तन मोलियो अत अनूप सुकै नाही छाव तूप सगली रुति हरिया होए साध बसंत गुर मिले देव होली खिली संत सेव होली खिली संत सेव बिरख जम्यो है पार जात बिरख जम्यो है पार जात फूल लगे पल रतन पात
ਤ੍ਰਿਪਤ ਆਗਾਨੇ ਹਰ ਗੁਣ ਗਾਏ, ਜਨ ਨਾਨਕ ਹਰ ਹਰ ਤੇ ਆਏ, ਜਨ ਨਾਨਕ ਹਰ 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 ਧਿਆਏ। ਹੋਲੀ ਕੀਨੀ ਸੰਤ ਸੇਵ, ਹੋਲੀ ਕੀਨੀ ਸੰਤ ਸੇਵ, ਰੰਗ ਲਾਗਾਇਤ ਲਾਲ ਦੇਵ, ਰੰਗ ਲਗਾਇਤ ਲਾਲ ਦੇਵ, ਹੋਲੀ ਕੀਨੀ ਸੰਤ ਸੇਵ, ਹੋਲੀ ਕੀਨੀ ਸੰਤ ਸੇਵ, ਹੋਲੀ ਕੀਨੀ ਸੰਤ ਸੇਵ, ਹੋਲੀ ਕੀਨੀ ਸੰਤ ਸੇਵ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜਪ ਆਦਿ ਸਚ ਜੁਗਾਦ ਸਚ, ਹੈ ਭੀ ਸਚ, ਨਾਨਕ ਹੋਸੀ ਭੀ ਸਚ। ਗੁਰ ਸੇਵੋਂ ਕਰ ਨਮਸਕਾਰ, आज हमारे मंगल चार। आज हमारे महा आनंद, चिंत लथी भेटे गोबिंद। आज हमारे ग्रह बसंत, गुण गाए प्रभु तुम बेअंत। आज हमारे बने फाग, प्रभु संगी मिल खेलन लाग। होली कीनी संत सेव, रंग लागा अत लाल देव। होली कीनी संत सेव, रंग लागा अत लाल देव। नाहो जति सती नहीं पढ़िया, मूर्ख मुगदा जन्म भया। प्रणवत नानक तिन की शरणा, जिन तू नाहि विसरिया। हम अवगण भरे एक गुण नाही, अमृत छाड़ बिखै बिखु खाई। माया मोह परम पै भूले, सुत दारा स्यों प्रीत लगाई। इक उत्तम पंथ सुनियो गुर संगत, तेहि मिलंत जम त्रास मिटाई। इक अरदास पाठ कीरत की, गुरु रामदास राखो शरणाई। सो कहो टल गुरु सेविय, अहनिस सहज सुभाई। दर्शन परसै गुरु कै, जन्म मरण दुख जाय। सतनाम श्री वाहिगुरु साहिब जी। वाहिगुरु जी का खालसा, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਅੰਦਰ ਜਿਹੜੇ ਬੈਠੇ ਅਤੀ ਸਤਿਕਾਰਯੋਗ ਸਾਧ ਸੰਗਤ ਜੀਓ, ਵੱਡਿਆਂ ਭਾਗਾਂ ਵਾਲੇ ਹੋ। ਹਵਤਾਵਾਰੀ ਦੀਵਾਨ ਦੇ ਵਿੱਚ ਆਪ ਜੀ ਨੇ ਅੰਮ੍ਰਿਤ ਵੇਲੇ ਸਤਿਗੁਰਾਂ ਦੀ ਪਾਵਨ ਗੋਦ ਵਿੱਚ ਜੁੜ ਬੈਠ ਕੇ ਅੰਮ੍ਰਿਤ ਬਾਣੀ ਦੇ ਸ਼ਬਦ ਕੀਰਤਨ ਸਰਵਣ ਕੀਤਾ ਹੈ। ਆਪਣੇ ਇਸ ਮਨੁੱਖਾ ਜਨਮ ਨੂੰ ਸਫਲਾ ਕਰਨ ਦਾ ਉਪਰਾਲਾ ਉਦਮ ਕੀਤਾ ਹੈ। ਆਓ ਗੁਰਮੁਖੋ,
ਇਸ ਪਾਵਨ ਅਸਥਾਨ ਦੀ ਮਰਿਆਦਾ ਜਿੱਥੇ ਤੁਸੀਂ ਕੀਰਤਨ ਸਰਵਣ ਕਰਦੇ ਹੋ, ਢਾਡੀ ਵਿਚਾਰਾਂ ਜਥੇ ਪਾਸੇ ਕੋਲੋਂ ਇਤਿਹਾਸ ਸਰਵਣ ਕਰਦੇ ਹੋ, ਉੱਥੇ ਕੁਝ ਕੁ ਸਮਾਂ ਗੁਰਬਾਣੀ ਦੀ ਵਿਚਾਰ ਦਾ ਵੀ ਆਪ ਸੰਗਤਾਂ ਵੱਲੋਂ ਬਖਸ਼ਿਸ਼ ਕੀਤਾ ਜਾਂਦਾ ਹੈ। ਅੱਜ ਵੀ ਆਪ ਜੀ ਨੇ ਤਰਸ ਕੀਤਾ ਹੈ, ਗੁਰਮਤਿ ਵਿਚਾਰ ਦੀ ਸਾਂਝ ਪਾਉਣ ਦਾ ਸਮਾਂ ਬਖਸ਼ਿਸ਼ ਕੀਤਾ ਹੈ। ਆਓ ਜਿਤਨਾ ਸਮਾਂ ਆਪ ਜੀ ਵੱਲੋਂ ਬਖਸ਼ਿਸ਼ ਹੋਇਆ ਹੈ, ਉਤਨੇ ਸਮੇਂ ਦੇ ਵਿੱਚ ਜੋ ਆਪ ਜੀ ਇਸ ਪਾਵਨ ਅਸਥਾਨ ਤੇ ਦਿਹਾੜੇ ਮਨਾ ਰਹੇ ਹੋ, ਉਹਨਾਂ ਦੇ ਵਿਚਾਰ ਆਪ ਸੰਗਤਾਂ ਨਾਲ ਸਾਂਝੀ ਕਰਨੀ। ਇੱਕ ਵਾਰੀ ਮਨ ਬਿਰਤੀਆਂ ਜ਼ਰੂਰ ਇਕਾਗਰ ਕਰ ਲਈਏ। ਰਸਨਾ ਦੀ ਪਵਿੱਤਰਤਾ ਵਾਸਤੇ, ਮਨ ਦੀ ਇਕਾਗਰਤਾ ਵਾਸਤੇ ਇੱਕ ਵਾਰੀ ਕਰੋ ਕਿਰਪਾ, ਦਿਓ ਅਸੀਸ ਤੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਫਿਰ ਬਖਸ਼ਿਸ਼ ਕਰੋ ਤੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਵੀਕਡੇ ਦੇ ਵਿੱਚ 25 ਮਾਰਚ ਨੂੰ ਇੱਕ ਦਿਹਾੜਾ ਮਨਾਇਆ ਸੀ, ਕਿਉਂਕਿ ਐਤਵਾਰ ਵਾਲੇ ਦਿਨ ਵੀ ਉਸੇ ਨੂੰ ਹੀ ਮਨਾਇਆ ਜਾਂਦਾ ਹੈ। ਉਹ ਪਵਿੱਤਰ ਦਿਹਾੜਾ ਹੈ ਸਾਡੇ ਸਿੱਖ ਕੌਮ ਦੇ ਮਹਾਨ ਸ਼ਹੀਦ ਭਾਈ ਸਾਹਿਬ ਭਾਈ ਸ਼ਬੀਕ ਸਿੰਘ ਜੀ ਤੇ ਉਹਨਾਂ ਦੇ ਨੌਜਵਾਨ ਪੁੱਤਰ ਭਾਈ ਸ਼ਾਹਬਾਜ਼ ਸਿੰਘ ਜੀ। ਉਹਨਾਂ ਨੂੰ ਚਰਖੜੀਆਂ ਤੇ ਚਾੜ ਕੇ ਸ਼ਹੀਦ ਕੀਤਾ ਗਿਆ ਸੀ। ਅਸੀਂ ਜਦੋਂ ਗੁਰਦੁਆਰਾ ਸਾਹਿਬ ਦੇ ਵਿੱਚ ਅਰਦਾਸ ਕਰਦੇ ਹਾਂ, ਜਾਂ ਤੁਸੀਂ ਘਰ ਦੇ ਵਿੱਚ ਨਿਤਨੇਮ ਕਰਕੇ ਅਰਦਾਸ ਕਰਦੇ ਹੋ, ਉਹ ਬੋਲ ਤੁਸੀਂ ਦੁਹਰਾਉਂਦੇ ਹੋ, ਉਹ ਮੈਂ ਯਾਦ ਕਰਾ ਦਿਆਂ। ਉਹ ਬੋਲ ਨੇ, ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ। ਅਗਲਾ ਬਚਨ ਹੈ, ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ। ਉਹ ਚਰਖੜੀਆਂ ਤੇ ਚੜਨ ਵਾਲੇ ਪਿਓ ਪੁੱਤਰ ਸਨ ਭਾਈ ਸ਼ਬੀਕ ਸਿੰਘ, ਭਾਈ ਸ਼ਾਹਬਾਜ਼ ਸਿੰਘ। ਮੈਨੂੰ ਕਿਮਾ ਕਰਿਆ ਜੀ, ਇਹ 5-7 ਮਿੰਟ ਆਪਾਂ ਇਹ ਦਿਹਾੜੇ ਤੇ ਫਿਰ ਅੱਜ ਦਾ ਜਿਹੜਾ ਤੁਸੀਂ ਹੋਲਾ ਮਹੱਲਾ ਇਸ ਪਾਵਨ ਅਸਥਾਨ ਤੇ ਬਹੁਤ ਵੱਡੇ ਪੱਧਰ ਤੇ ਮਨਾਉਂਦੇ, ਉਹਦੀ ਵਿਚਾਰ ਸਾਂਝੀ ਕਰਨ। ਇਹ ਜਿਹੜੇ ਪਿਓ ਪੁੱਤਰ ਸਨ, ਲਾਹੌਰ ਦੇ ਸ਼ਹਿਰ ਦੇ ਵਿੱਚ ਨਾਲ ਇੱਕ ਪਿੰਡ ਪੈਂਦਾ ਜੰਬਰ, ਉਸ ਪਿੰਡ ਦੇ ਰਹਿਣ ਵਾਲੇ ਸਨ। ਇਹਨਾਂ ਦਾ ਕਾਰੋਬਾਰ ਸੀ, ਇਹ ਸਰਕਾਰੀ ਠੇਕੇਦਾਰ ਸਨ ਭਾਈ ਸ਼ਬੀਕ ਸਿੰਘ। ਸਰਕਾਰੀ ਦਰਬਾਰੇ ਇਹਨਾਂ ਦੀ ਪਹੁੰਚ ਸੀ। ਇਹ ਵੀ ਮੈਂ ਬੇਨਤੀ ਕਰਦਾ, ਜਿਸ ਸਮੇਂ ਭਾਈ ਤਾਰੂ ਸਿੰਘ ਜੀ ਨੂੰ ਸ਼ਹੀਦ ਕੀਤਾ ਗਿਆ ਨਾ, ਖੋਪਰੀ ਲਾਈ ਗਈ ਸੀ ਲਾਹੌਰ ਦੀ ਧਰਤੀ ਤੇ, ਜ਼ਕਰੀਆ ਖਾਨ ਨੂੰ ਪਿਸ਼ਾਬ ਦਾ ਬੰਨ ਪੈ ਗਿਆ ਸੀ। ਉਹਨੇ ਉਸ ਵੇਲੇ ਪਹੁੰਚ ਪਤਾ ਕਿਹਦੇ ਕੋਲ ਕੀਤੀ ਸੀ? ਭਾਈ ਸ਼ਬੀਕ ਸਿੰਘ ਕੋਲ। ਸਰਕਾਰੀ ਠੇਕੇਦਾਰ ਸਨ, ਇਹਨਾਂ ਨਾਲ ਗੱਲਬਾਤ। ਭਾਈ ਸ਼ਬੀਕ ਸਿੰਘ ਨੂੰ ਕੋਲ ਬੁਲਾ ਕੇ ਇਸ ਜ਼ਕਰੀਆ ਖਾਨ ਨੇ ਤਰਲਾ ਲਿਆ ਸੀ, ਕਹਿਣ ਲੱਗੇ, ਸ਼ਬੀਕ ਸਿੰਘ ਆ, ਮੇਰੇ ਕੋਲ ਬਹੁਤ ਵੱਡਾ ਪਾਪ ਹੋ ਗਿਆ। ਪੁੱਛਿਆ ਜੀ ਕਿਹੜਾ? ਕਹਿਣ ਲੱਗੇ, ਧਰਮਾਤਮਾ ਪੁਰਖ ਸੀ ਭਾਈ ਤਾਰੂ ਸਿੰਘ, ਜਿਹਦੀ ਖੋਪਰੀ ਲਹਾਉਣ ਦਾ ਮੈਂ ਹੁਕਮ ਦੇ ਦਿੱਤਾ। ਕਹਿਣ ਲੱਗੇ, ਅੱਜ ਸਵੇਰੇ ਮਾੜਾ ਕਰਮ ਕਰਕੇ ਆਇਆ, ਉਹਦੀ ਖੋਪਰੀ ਲਵਾ ਕੇ ਆਇਆ, ਅੱਜ ਸ਼ਾਮ ਨੂੰ ਮੇਰਾ ਬੰਨ ਪੈ ਗਿਆ, ਮੈਨੂੰ ਨੀਂਦ ਨਹੀਂ ਆਉਂਦੀ, ਚੈਨ ਨਹੀਂ, ਤੜਫੜਿਆ, ਕੋਈ ਮੇਰਾ ਉਪਾਅ ਕਰ। ਉਸ ਸਿੱਖ ਕੋਲੋਂ ਮੈਨੂੰ ਜਾ ਕੇ ਬਖਸ਼ਾ। ਭਾਈ ਸ਼ਬੀਕ ਸਿੰਘ ਜੀ ਕੁਝ ਸਿੱਖਾਂ ਨੂੰ ਨਾਲ ਲੈ ਕੇ ਭਾਈ ਤਾਰੂ ਸਿੰਘ ਕੋਲ ਆਏ, ਜਿੱਥੇ ਉਹਨਾਂ ਦੀ ਖੋਪਰੀ ਲਾਈ ਗਏ। ਆਣ ਕੇ ਭਾਈ ਸ਼ਬੀਕ ਸਿੰਘ ਨੇ ਵੇਖਿਆ, ਅੱਖਾਂ ਭਰ ਆਈਆਂ। ਕਹਿਣ ਲੱਗੇ, ਜਾਓ ਜ਼ਕਰੀਆ ਖਾਨ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਸਿੱਖਾਂ ਦੇ ਉੱਤੇ ਨਾ ਕਹਿਰ ਕਰਨ ਵਾਲਿਆ, ਤੇਰਾ ਕਿੱਥੇ ਭਲਾ ਹੋਏਗਾ। ਉਸ ਵੇਲੇ ਫਿਰ ਉਹਨਾਂ ਭਾਈ ਤਾਰੂ ਸਿੰਘ ਨੂੰ ਬੇਨਤੀ ਕੀਤੀ ਸੀ, ਭਾਈ ਸ਼ਬੀਕ ਸਿੰਘ ਨੇ, ਭਾਈ ਤਾਰੂ ਸਿੰਘ ਜੀ, ਉਸੇ ਜ਼ਕਰੀਆ ਖਾਨ ਨੇ ਤੇਰੇ ਕੋਲ ਮਾਫੀ ਮੰਗਣ ਵਾਸਤੇ ਮੈਨੂੰ ਭੇਜਿਆ, ਦੱਸ ਉਹਨੂੰ ਕੀ ਸਜ਼ਾ ਦਿੱਤੀ ਜਾਏ। ਭਾਈ ਤਾਰੂ ਸਿੰਘ ਕੁਝ ਨਹੀਂ ਬੋਲੇ। ਭਾਈ ਸ਼ਬੀਕ ਸਿੰਘ ਦੇ ਨਾਲ ਕੁਝ ਸਿੱਖ ਸਨ, ਉਹ ਕਹਿਣ ਲੱਗੇ, ਸ਼ਬੀਕ ਸਿੰਘ ਜੀ, ਭਾਈ ਤਾਰੂ ਸਿੰਘ ਨੇ ਆਪਣੀ ਰਸਨਾ ਤੇ ਇੱਕ ਬਚਨ ਕਿਹਾ ਸੀ। ਪੁੱਛਿਆ ਜੀ ਕਿਹੜਾ ਬਚਨ? ਕਹਿਣ ਲੱਗੇ, ਪਹਿਲਾਂ ਜ਼ਕਰੀਆ ਖਾਨ ਨੇ ਬਚਨ ਕਿਹਾ ਸੀ, ਤਾਰੂ ਸਿੰਘਾ, ਜਿਨ੍ਹਾਂ ਕੇਸਾਂ ਦਾ ਮਾਣ ਕਰਦਾ ਏ, ਜੁੱਤੀ ਮਾਰ ਕੇ ਤੇਰੇ ਕੇਸ ਲਾਵਾਂਗਾ। ਇਹ ਜ਼ਕਰੀਆ ਖਾਨ ਨੇ ਬਚਨ ਕਿਹਾ ਤੇ ਸਿੱਖਾਂ ਨੇ ਸੁਣਿਆ। ਕਹਿਣ ਲੱਗੇ, ਭਾਈ ਤਾਰੂ ਸਿੰਘ ਨੇ ਕੋਈ ਜਵਾਬ ਪਤਾ ਕੀ ਦਿੱਤਾ ਸੀ? ਕਹਿਣ ਲੱਗੇ, ਉਹ ਜ਼ਕਰੀਆ ਖਾਨ, ਇਹ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਦਿੱਤੀ ਹੋਈ ਮੋਹਰ ਨਿਸ਼ਾਨੀ ਹੈ, ਤੂੰ ਮੇਰੇ ਕੇਸਾਂ ਨੂੰ ਕੀ ਜੁੱਤੀ ਮਾਰ ਕੇ ਲਾਉਣਾ ਹੈ? ਕਹਿਣ ਲੱਗੇ, ਮੈਂ ਤੈਨੂੰ ਆਪਣੀ ਜੁੱਤੀ ਮਾਰ ਕੇ ਅੱਗੇ ਲਾ ਕੇ ਲੈ ਕੇ ਜਾਵਾਂ। ਜਿਸ ਵੇਲੇ ਸਿੱਖਾਂ ਨੇ ਦੱਸਿਆ ਸੀ ਭਾਈ ਸ਼ਬੀਕ ਸਿੰਘ ਨੂੰ, ਭਾਈ ਤਾਰੂ ਸਿੰਘ ਨੇ ਆਪਣੀ ਰਸਨਾ ਤੋਂ ਆ ਬਚਨ ਕਹਿਣ,
ਉਸ ਵੇਲੇ ਭਾਈ ਸ਼ਬੇਗ ਸਿੰਘ ਨੇ ਫਿਰ ਸਿੱਖਾਂ ਦੇ ਨਾਲ ਮਿਲ ਕੇ ਤੇ ਫੈਸਲਾ ਕੀਤਾ ਤੇ ਜ਼ਕਰੀਆ ਖਾਨ ਨੂੰ ਪਤਾ ਕੀ ਕਿਹਾ ਜਾ ਕੇ, ਕਹਿਣ ਲੱਗੇ ਜ਼ਕਰੀਆ ਖਾਨ, ਸਿੱਖ ਨੇ ਆਪਣੀ ਰਸਨਾ ਤੋਂ ਬਚਨ ਕਹਿ ਦਿੱਤੇ ਨੇ, ਉਹਦੀ ਰਸਨਾ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਵਸ ਹੈ। ਕਹਿਣ ਲੱਗੇ ਜੇ ਆਪਣੀ ਜਾਨ ਬਚਾਉਣੀ ਚਾਹੁੰਦਾ, ਜੇ ਤੂੰ ਇਸ ਦਰਦ ਤੋਂ ਮੁਕਤ ਹੋਣਾ ਚਾਹੁੰਦਾ, ਇਸ ਪੀੜਾ ਤੋਂ ਬਚਣਾ ਚਾਹੁੰਦਾ ਹੈ, ਉਸੇ ਸਿੱਖ ਦੀ ਜੁੱਤੀ ਆਪਣੇ ਸਿਰ ਵਿੱਚ ਮਾਰ, ਤੈਨੂੰ ਰਾਹਤ ਮਿਲੇਗੀ। ਇਹ ਭਾਈ ਸ਼ਬੇਗ ਸਿੰਘ ਨੇ ਬਚਨ ਕਹਿਣ ਲੱਗਾ, ਛੇਤੀ ਲੈ ਕੇ ਆਓ ਭਾਈ ਤਾਰੂ ਸਿੰਘ ਦੀ ਜੁੱਤੀ। ਜ਼ਕਰੀਆ ਖਾਨ ਲਿਆਂਦੀ ਗਈ। ਗੁਰਮੁਖੋ ਸੱਚ ਜੇ, ਇਹ ਕੋਈ ਕਹਾਣੀਆਂ ਨਹੀਂ, ਨਾਟਕ ਨਹੀਂ, ਸਾਡਾ ਇਤਿਹਾਸ ਹੈ। ਤੁਸੀਂ ਪੜ੍ਹ ਕੇ ਵੇਖੋ। ਜਿਸ ਵੇਲੇ ਭਾਈ ਤਾਰੂ ਸਿੰਘ ਦੀ ਜੁੱਤੀ ਲੈ ਕੇ ਆਂਦੀ, ਚਰਨਾਂ ਦਾ ਜੋੜਾ ਜ਼ਕਰੀਆ ਖਾਨ ਨੂੰ ਲਿਆ ਕੇ ਦਿੱਤਾ, ਉਹਦੇ ਸਿਰ ਵਿੱਚ ਉਹਦੇ ਨੌਕਰਾਂ ਨੇ ਮਾਰਨਾ ਸ਼ੁਰੂ ਕੀਤਾ। ਜਿਵੇਂ ਜਿਵੇਂ ਸਿੱਖ ਦੇ ਚਰਨਾਂ ਦਾ ਜੋੜਾ ਵੱਜਦਾ ਗਿਆ ਉਹਨੂੰ ਥੋੜਾ ਜਿਹਾ ਸਕੂਨ ਮਿਲਦਾ ਰਿਹਾ, ਪਰ ਬਚਿਆ ਨਹੀਂ। ਉਸੇ ਜੁੱਤੀ ਦੀ ਮਾਰ ਹੇਠ ਮਾਰ ਨਾ ਝੱਲਦਾ ਹੋਇਆ ਜ਼ਕਰੀਆ ਖਾਨ ਮਰ ਗਿਆ। ਜਿਸ ਦਿਨ ਜ਼ਕਰੀਆ ਖਾਨ ਦੀ ਮੌਤ ਹੋਈ, ਹਾਲਾਂਕਿ ਸਿੱਖਾਂ ਨੇ ਪਹਿਲਾਂ ਕਾਣ ਕੇ ਕਿਹਾ, ਭਾਈ ਤਾਰੂ ਸਿੰਘ ਜੀ ਤੁਹਾਡਾ ਅਸੀਂ ਇਲਾਜ ਕਰਾਉਣੇ। ਕਹਿਣ ਲੱਗੇ ਬਿਲਕੁਲ ਨਹੀਂ। ਕਹਿਣ ਲੱਗੇ ਫਿਰ ਇਹਨਾਂ ਦੁੱਖ ਵੇਖਿਆ ਨਹੀਂ ਜਾਂਦਾ, ਆਪਣੇ ਸਰੀਰ ਨੂੰ ਤਿਆਗ ਦਿਓ। ਤੇ ਭਾਈ ਤਾਰੂ ਸਿੰਘ ਕਹਿਣ ਲੱਗਾ, ਤਿਆਗਾਂਗਾ ਸਰੀਰ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਗੋਦ ਮਿਲੇਗੀ ਮੈਨੂੰ। ਪਰ ਕਹਿਣ ਲੱਗੇ ਮੈਂ ਕੀ ਕਰਾਂ, ਮੈਂ ਵਾਅਦਾ ਕਰ ਚੁੱਕਾ ਹਾਂ। ਪੁੱਛਿਆ ਭਾਈ ਤਾਰੂ ਸਿੰਘ ਕਾਹਦਾ ਵਾਅਦਾ ਕੀਤਾ ਹੈ? ਕਹਿਣ ਲੱਗੇ ਜ਼ਕਰੀਆ ਖਾਨ ਨੂੰ ਮੈਂ ਕਿਹਾ ਸੀ ਮੈਂ ਆਪਣੀ ਜੁੱਤੀ ਦੇ ਅੱਗੇ ਲਾ ਕੇ ਤੈਨੂੰ ਲੈ ਕੇ ਜਾਵਾਂ, ਉਹ ਮਰੇਗਾ ਤੇ ਮੈਂ ਆਪਣੇ ਪ੍ਰਾਣ ਤਿਆਗ ਰਹੇ। ਇਹ ਤੁਹਾਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਸਿੱਖਾਂ ਦਾ ਇਤਿਹਾਸ। 21 ਦਿਨ ਬਾਅਦ ਜ਼ਕਰੀਆ ਖਾਨ ਦੀ ਮੌਤ ਹੋਈ ਤੇ ਅਗਲੇ ਦਿਨ ਹੀ ਭਾਈ ਤਾਰੂ ਸਿੰਘ ਨੇ ਪ੍ਰਾਣ ਤਿਆਗ ਦਿੱਤੇ, ਸ਼ਹੀਦ ਹੋ ਗਏ। ਇਹ ਉਹੀ ਭਾਈ ਸ਼ਬੇਗ ਸਿੰਘ ਸੀ ਜਿਨ੍ਹਾਂ ਨੇ ਬਚਨ ਕਹੇ ਸੀ। ਇਹਨਾਂ ਦੀ ਸ਼ਹੀਦੀ ਦਾ ਕਾਰਨ ਕੀ ਸੀ? ਵੇਖੋ ਗੁਰਮੁਖੋ, ਅੱਜ ਅਸੀਂ ਆਪਣੇ ਆਪ ਤੇ ਕਿੰਨਾ ਕੁ ਕੰਟਰੋਲ ਕਰਕੇ ਬੈਠੇ। ਭਾਈ ਸ਼ਬੇਗ ਸਿੰਘ ਦਾ ਨੌਜਵਾਨ ਪੁੱਤਰ ਸੀ ਭਾਈ ਸ਼ਾਹਬਾਜ਼ ਸਿੰਘ, 18 ਸਾਲ ਦੀ ਉਮਰ ਸੀ। ਕਾਜੀ ਦੇ ਘਰ ਦੇ ਵਿੱਚ ਪੜ੍ਹਨ ਵਾਸਤੇ ਜਾਂਦਾ ਸੀ, ਅਰਬੀ ਫਾਰਸੀ ਸਿੱਖਣ ਵਾਸਤੇ, ਤੇ ਕਾਜੀ ਦਾ ਮਨ ਬੇਈਮਾਨ ਹੋ ਗਿਆ। ਕਹਿਣ ਲੱਗੇ ਭਾਈ ਸ਼ਾਹਬਾਜ਼ ਸਿੰਘ ਬੜੇ ਸੋਹਣੇ ਨੇ, ਕੱਦ ਕਾਠ ਬੜਾ ਸੋਹਣਾ, ਇਹਦਾ ਚਿਹਰਾ ਬੜਾ ਸੋਹਣਾ ਹੈ, ਇਹਦੇ ਪਿਤਾ ਸਰਕਾਰੀ ਠੇਕੇਦਾਰ ਹੈ, ਧਨਾੜ ਬੰਦੇ ਨੇ, ਕਿੰਨਾ ਚੰਗਾ ਹੋਵੇ ਜੇ ਮੈਂ ਆਪਣੀ ਧੀ ਦਾ ਰਿਸ਼ਤਾ ਸ਼ਾਹਬਾਜ਼ ਸਿੰਘ ਨਾਲ ਕਰ ਦੇ। ਤੇ ਉਹਨੇ ਸ਼ਰਤ ਪਤਾ ਕੀ ਸੋਚਿਆ ਆਪਣੇ ਮਨ ਦੇ ਵਿੱਚ, ਜੇ ਇਹ ਪੁੱਤਰ ਮੁਸਲਮਾਨ ਬਣ ਜਾਏ ਸ਼ਾਹਬਾਜ਼ ਸਿੰਘ, ਮੈਂ ਆਪਣੀ ਧੀ ਦਾ ਰਿਸ਼ਤਾ ਕਰਾਂ। ਉਹਨੇ ਉਸ ਵੇਲੇ ਪਹਿਲਾਂ ਸ਼ਾਹਬਾਜ਼ ਸਿੰਘ ਨੂੰ ਬਚਨ ਕਹੇ, ਪਰਤ ਕੇ ਉਹਦੇ ਪਿਤਾ ਨੂੰ ਬਚਨ ਕਹੇ। ਜਦੋਂ ਭਾਈ ਸ਼ਾਹਬਾਜ਼ ਸਿੰਘ ਨੂੰ 18 ਸਾਲ ਦੀ ਉਮਰ ਸੀ, ਵੇਖੋ ਨੌਜਵਾਨ ਬੱਚੇ ਦੀ, ਉਹਨੇ ਜਵਾਬ ਪਤਾ ਕੀ ਦਿੱਤਾ ਕਾਜੀ ਨੂੰ? ਜਦੋਂ ਕਾਜੀ ਨੇ ਬਚਨ ਕਹਿ ਦਿੱਤੇ, ਕਹਿਣ ਲੱਗੇ ਬੇਟਾ ਮੈਂ ਆਪਣੀ ਧੀ ਦਾ ਰਿਸ਼ਤਾ ਕਰਨਾ ਚਾਹੁੰਦਾ, ਮੁਸਲਮਾਨ ਬਣ ਜਾ। ਤੇ ਭਾਈ ਸ਼ਾਹਬਾਜ਼ ਸਿੰਘ 18 ਸਾਲ ਦੀ ਉਮਰ ਕਹਿਣ ਲੱਗੇ ਕਾਜੀ ਸਾਹਿਬ ਤੁਸੀਂ ਮੇਰੇ ਉਸਤਾਦ ਹੋ, ਮੈਂ ਤੁਹਾਡੇ ਕੋਲ ਸਿੱਖਿਆ ਲੈਣ ਵਾਸਤੇ ਆਉਣਾ, ਮੈਂ ਤੁਹਾਡੇ ਧਰਮ ਦੇ ਬਰਖਲਾਫ ਨਹੀਂ, ਤੁਹਾਡਾ ਧਰਮ ਮਾੜਾ ਨਹੀਂ, ਸਾਰੇ ਧਰਮ ਚੰਗੇ ਨੇ, ਮੈਂ ਤੇਰੇ ਕੋਲ ਸਿੱਖਿਆ ਲੈਣ ਵਾਸਤੇ ਆਉਣਾ ਹੈ। ਪਰ ਕਹਿਣ ਲੱਗੇ ਅੱਜ ਤੋਂ ਬਾਅਦ ਇਹ ਬਚਨ ਨਾ ਕਹੀਂ ਮੈਨੂੰ ਮੇਰਾ ਧਰਮ ਪਿਆਰਾ ਹੈ, ਤੈਨੂੰ ਤੇਰਾ ਧਰਮ ਪਿਆਰਾ ਹੈ। ਕਹਿਣ ਲੱਗੇ ਮੈਂ ਇਹ ਕਦੀ ਪ੍ਰਵਾਨ ਨਹੀਂ ਕਰਾਂਗਾ ਵੀ ਤੇਰੀ ਧੀ ਬਦਲੇ ਮੈਂ ਆਪਣੀ ਸਿੱਖੀ ਨੂੰ ਤਜਾਂਜਲੀ ਦੇ। ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਦਿੱਤੀ ਹੋਈ ਦਾਤ ਹੈ। ਅਸੀਂ ਉਸ ਗੁਰੂ ਦੇ ਸਿੱਖ ਹਾਂ ਜਿਸ ਗੁਰੂ ਨੇ ਆਪਣੇ 4 ਪੁੱਤਰ ਸਾਡੇ ਤੋਂ ਵਾਰ ਦਿੱਤੇ। ਅੱਜ ਉਸ ਗੁਰੂ ਦੀ ਸਿੱਖੀ ਨੂੰ ਛੱਡਣ ਵਾਸਤੇ ਕਿ ਨਾ ਅੱਜ ਤੋਂ ਬਾਅਦ ਮੈਨੂੰ ਬਚਨ ਨਾ ਕਹੀ, ਉਹਨੇ ਸ਼ਬੇਗ ਸਿੰਘ ਕੋਲ ਪਹੁੰਚ ਕੀਤੀ। ਭਾਈ ਸ਼ਬੇਗ ਸਿੰਘ ਨੇ ਵੀ ਉਹਨੂੰ ਲਾਨਤਾਂ ਪਾਈਆਂ। ਕਹਿਣ ਲੱਗੇ ਕਾਜੀ ਸਾਹਿਬ ਮੈਂ ਆਪਣੇ ਪੁੱਤਰ ਨੂੰ ਤਾਲੀਮ ਸਿਖਾਉਣ ਵਾਸਤੇ ਤੇਰੇ ਕੋਲ ਭੇਜਿਆ, ਤੂੰ ਮਾੜੀ ਨੀਤ ਰੱਖਦਾ ਪਿਆ। ਜਦੋਂ ਜਵਾਬ ਦੇ ਦਿੱਤਾ ਨਾ ਇਸ ਕਾਜੀ ਨੇ, ਫਿਰ ਜ਼ਕਰੀਆ ਖਾਨ ਦੇ ਕੋਲ, ਤੇ ਬਾਅਦ ਵਿੱਚ ਜਦੋਂ ਇਹਨਾਂ ਦੀ ਸ਼ਹੀਦੀ ਹੋਈ ਨਾ, ਉਦੋਂ ਜ਼ਕਰੀਆ ਖਾਨ ਦਾ ਪੁੱਤਰ ਇਸ ਲਾਹੌਰ ਦਾ ਹਾਕਮ ਬਣ ਚੁੱਕਾ ਸੀ। ਜਹੀਆ ਖਾਨ ਸੀ ਉਹਦਾ ਨਾਮ, ਜਿਹਨੇ ਸ਼ਹੀਦ ਕੀਤਾ ਸੀ ਇਹਨਾਂ ਪਿਓ ਪੁੱਤਰਾਂ। ਜਿਸ ਵੇਲੇ ਇਸ ਕਾਜੀ ਨੇ ਜਾ ਕੇ ਪਹੁੰਚ ਕੀਤੀ ਤੇ ਉਹਨੇ ਇਹਨਾਂ ਤੇ ਤੋਹਮਤ ਪਤਾ ਕੀ ਲਾਈ। ਕਹਿਣ ਲੱਗੇ ਵੀ ਜ਼ਕਰੀਆ ਖਾਨ ਇਹ ਭਾਈ ਸ਼ਬੇਗ ਸਿੰਘ ਤੇ ਭਾਈ ਸ਼ਾਹਬਾਜ਼ ਸਿੰਘ ਇਸਲਾਮ ਦੇ ਉਲਟ ਬੋਲਦੇ ਨੇ, ਇਸਲਾਮ ਨੂੰ ਮੰਦਾ ਬੋਲਦੇ ਨੇ। ਹਾਲਾਂਕਿ ਭਾਈ ਸ਼ਬੇਗ ਸਿੰਘ ਨੇ ਕੁਝ ਵੀ ਬਚਨ ਨਹੀਂ ਸੀ ਕਹਿਣਾ ਸ਼ਾਹਬਾਜ਼ ਸਿੰਘ। ਜਿਸ ਵੇਲੇ ਦੱਸਿਆ ਗਿਆ ਉਸ ਵੇਲੇ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ, ਕੋਈ ਤਸੀਹੇ ਦਿੱਤੇ ਗਏ। ਇਹ ਸਮਾਂ ਸੀ ਸਨ 1746 ਦਾ। ਜ਼ਕਰੀਆ ਖਾਨ ਦੀ ਮੌਤ ਹੋ ਗਈ, ਉਹਦਾ ਪੁੱਤਰ ਜਹੀਆ ਖਾਨ ਮਾਲਕ ਬਣ ਗਿਆ।
ਕਹਿ ਲੱਗੇ ਜਈਆ ਖਾਨ ਤੇ ਫਿਰ ਜਦੋਂ ਸਾਹਮਣੇ ਕੇਸ ਆਇਆ ਵੀ ਇਹ ਦੋ ਪਿਓ ਪੁੱਤਰ ਨੇ ਇਸਲਾਮ ਦੇ ਉਲਟ ਬੋਲਦੇ ਨੇ, ਕਾਜੀ ਨੇ ਸ਼ਿਕਾਇਤ ਕੀਤੀ। ਉਸ ਵੇਲੇ ਇਹਨਾਂ ਨੂੰ ਕਿਹਾ ਸੀ ਜਾਂ ਤੇ ਮੁਸਲਮਾਨ ਬਣ ਜਾਓ ਜਾਂ ਤੁਹਾਨੂੰ ਮੈਂ ਸ਼ਹੀਦ ਕਰ ਦਿਆਂਗਾ, ਖਤਮ ਕਰ ਦਿਆਂਗਾ। ਉਹਨਾਂ ਦੋਵਾਂ ਪਿਓ ਪੁੱਤਰਾਂ ਨੇ ਬਚਨ ਕਹਿਣ ਲੱਗੇ ਜਈਆ ਖਾਨ ਮੁਸਲਮਾਨ ਧਰਮ ਪ੍ਰਵਾਨ ਨਹੀਂ, ਮੌਤ ਪ੍ਰਵਾਨ। ਸਾਨੂੰ ਪਤਾ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਕਿਰਪਾ ਹੈ ਸਾਡੇ ਤੇ, ਸਾਨੂੰ ਤੂੰ ਸ਼ਹੀਦ ਕਰੇਗਾ, ਸਾਨੂੰ ਗੁਰੂ ਦੀ ਗੋਦ ਮਿਲੇ। ਉਸ ਵੇਲੇ ਫਿਰ ਇਹਨੇ ਪਹਿਲਾਂ ਤੇ ਤਸੀਹੇ ਦਿੱਤੇ, ਮਨਾਉਣਾ ਚਾਹਿਆ, ਪਰ ਨਾ ਭਾਈ ਸ਼ਾਹਬਾਜ਼ ਸਿੰਘ ਡੋਲਿਆ, ਨਾ ਭਾਈ ਸ਼ਾਬੇਗ ਸਿੰਘ ਡੋਲਿਆ। ਪਰਤ ਕੇ ਇਹਨਾਂ ਨੂੰ ਹੁਕਮ ਦਿੱਤਾ ਗਿਆ ਸੀ ਚਰਖੜੀਆਂ ਤੇ ਚਾੜ ਕੇ ਸ਼ਹੀਦ ਕੀਤਾ ਜਾਏ। ਦੋਨਾਂ ਪਿਓ ਪੁੱਤਰਾਂ ਨੇ ਇੱਕ ਚਰਖੜੀ ਤੇ ਭਾਈ ਸ਼ਾਹਬਾਜ਼ ਸਿੰਘ ਜੀ ਨੇ, ਇੱਕ ਚਰਖੜੀ ਤੇ ਭਾਈ ਸ਼ਾਬੇਗ ਸਿੰਘ ਨੇ। ਦੋਨਾਂ ਪਿਓ ਪੁੱਤਰਾਂ ਨੂੰ ਸੰਨ 1746 ਈਸਵੀ ਦੇ ਵਿੱਚ ਲਾਹੌਰ ਦੀ ਧਰਤੀ ਤੇ ਜਈਆ ਖਾਨ ਨੇ ਇਹਨਾਂ ਪਿਓ ਪੁੱਤਰਾਂ ਨੂੰ ਸ਼ਹੀਦ ਕੀਤਾ। ਉਹ ਦਿਹਾੜਾ 25 ਮਾਰਚ ਨੂੰ ਲੰਘਿਆ। ਉਸ ਦਿਨ ਵੀ ਵਿਚਾਰ ਕੀਤੀ ਸੀ, ਪਰ ਅੱਜ ਐਤਵਾਰ ਵਾਲੇ ਦਿਨ ਤੁਸੀਂ ਉਚੇਚੇ ਤੌਰ ਤੇ ਪਹੁੰਚੇ। ਜਿਆਦੀ ਸੰਗਤ, ਮੇਰਾ ਮਨ ਵਿੱਚ ਖਿਆਲ ਆਇਆ ਵੀ ਜ਼ਰੂਰ ਉਹਨਾਂ ਗੁਰਮੁਖ ਪਿਆਰਿਆਂ ਦਾ ਕੁਝ ਇਤਿਹਾਸ ਤੁਹਾਡੇ ਨਾਲ ਸਾਂਝਾ ਕੀਤਾ ਜਾਏ। ਇਹ ਉਹ ਗੁਰਮੁਖ ਪਿਆਰੇ ਨੇ ਜਿਨ੍ਹਾਂ ਨੇ ਆਪਣਾ ਆਪ ਗੁਰੂ ਤੋਂ ਕੁਰਬਾਨ ਕੀਤਾ, ਪੰਥ ਤੋਂ ਕੁਰਬਾਨ ਕੀਤਾ, ਸਿੱਖੀ ਨੂੰ ਕੇਸਾਂ ਸਵਾਸਾਂ ਸੰਗ ਨਿਭਾ ਗਏ। ਆਓ ਅੱਜ ਦਾ ਜਿਹੜਾ ਪਵਿੱਤਰ ਦਿਹਾੜਾ ਤੁਸੀਂ ਮਨਾ ਰਹੇ ਹੋ ਹਿੰਦੁਸਤਾਨ ਦੀ ਧਰਤੀ ਤੇ, ਇਹਨੂੰ ਹੋਲੀ ਦੇ ਨਾਮ ਦੇ ਨਾਲ ਮਨਾਇਆ ਜਾਂਦਾ, ਹੋਲੀ ਮਨਾਈ ਜਾਂਦੀ। ਪਰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਸਾਨੂੰ ਹੋਲੀ ਨਹੀਂ, ਉਹਨਾਂ ਨੇ ਹੋਲਾ ਮਹੱਲਾ ਬਖਸ਼ਿਸ਼ ਕੀਤਾ। ਤੇ ਹੋਲੀ ਦਾ ਇਤਿਹਾਸ ਪਤਾ ਕੀ ਹੈ? ਤੁਸੀਂ ਹਿੰਦੂ ਧਰਮ ਨੂੰ ਪੜ੍ਹ ਕੇ ਵੇਖੋ, ਸਨਾਤਨ ਧਰਮ ਨੂੰ ਪੜ੍ਹ ਕੇ ਵੇਖੋ, ਉਹਨਾਂ ਦੇ ਇਤਿਹਾਸ ਵਿੱਚ ਲਿਖਿਆ ਗਿਆ ਹੈ ਵੀ ਜਿਸ ਵਕਤ ਭਗਤ ਪ੍ਰਹਿਲਾਦ ਨੂੰ ਉਹਦੇ ਪਿਤਾ ਨੇ ਮਾਰਨ ਵਾਸਤੇ ਕੁਝ ਢੰਗ ਅਪਣਾਏ ਸਨ। ਉਹ ਢੰਗ ਪਤਾ ਕਿਹੜੇ ਸੀ? ਤਰੀਕਾ ਪਤਾ ਕਿਹੜਾ ਸੀ? ਉਹ ਤਰੀਕਾ ਸੀ ਦੁਸ਼ਟ ਸਭਾ ਮਿਲ ਮੰਤਰ ਪਕਾਇਆ, ਕਰਸੇ ਔਦ ਕੰਢੇਰੀ, ਗਿਰ ਜਲ ਜਵਾਲਾ, ਭੈ ਰਾਖਿਓ ਰਾਜਾ ਰਾਮ ਮਾਇਆ। ਫਿਰ ਇਹ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਬੋਲ। ਭਗਤ ਪ੍ਰਹਿਲਾਦ ਨੂੰ ਖਤਮ ਕਰਨ ਵਾਸਤੇ ਉਹਦੇ ਪਿਓ ਨੇ 3 ਢੰਗ ਅਪਣਾਏ ਸਨ। ਹੋਲੀ ਕਿਉਂ ਮਨਾਈ ਜਾਂਦੀ ਹਿੰਦੁਸਤਾਨ ਦੀ ਧਰਤੀ ਤੇ? ਸਾਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਹੋਲਾ ਮਹੱਲਾ ਬਖਸ਼ਿਸ਼ ਕੀਤਾ, ਜਿਹੜਾ ਤੁਸੀਂ ਇਸ ਪਾਵਨ ਅਸਥਾਨ ਤੇ ਮਨਾਉਂਦੇ। ਉਹ ਮੰਨਦੇ ਨੇ ਜਿਹੜੇ ਹਿੰਦੂ ਧਰਮ ਵਾਲੇ ਨੇ, ਉਹ ਕਹਿਣ ਲੱਗੇ ਜਦੋਂ ਭਗਤ ਪ੍ਰਹਿਲਾਦ ਨੂੰ ਮਾਰਨ ਵਾਸਤੇ ਉਹਦੇ ਪਿਓ ਨੇ 3 ਢੰਗ ਅਪਣਾਏ ਪਰ ਉਹ ਬਚ ਗਿਆ ਸੀ। ਉਹ 3 ਢੰਗ ਕਿਹੜੇ ਸਨ? ਗਿਰ ਦੇ ਅਰਥ ਨੇ ਪਹਾੜ। ਪਹਿਲਾਂ ਤੇ ਪਹਾੜ ਤੋਂ ਉਸ ਬੱਚੇ ਨੂੰ ਸੁੱਟਿਆ ਗਿਆ। ਉਹ ਕਿਉਂ ਮਾਰਨਾ ਚਾਹੁੰਦਾ ਸੀ ਉਹਦਾ ਪਿਓ? ਹਰਨਾਕਸ਼ ਕਹਿੰਦਾ ਸੀ ਵੀ ਇਸ ਧਰਤੀ ਨੂੰ ਮੈਂ ਜਿੱਤਿਆ ਹੈ, ਇਸ ਧਰਤੀ ਦੇ ਲੋਕ ਰਹਿਣ ਵਾਲੇ ਨੇ ਮੇਰਾ ਨਾਮ ਜਪਣ। ਉਹ ਕਹਿੰਦਾ ਸੀ ਸਕੂਲਾਂ ਵਿੱਚ ਪੜ੍ਹਾਇਆ ਜਾਏ ਜਲੇ ਹਰਨਾਕਸ਼ ਥਲੇ ਹਰਨਾਕਸ਼, ਜਲ ਦੇ ਵਿੱਚ ਹਰਨਾਕਸ਼ ਦਾ ਵਾਸਾ ਹੈ, ਥਲ ਵਿੱਚ ਹਰਨਾਕਸ਼ ਦਾ ਵਾਸਾ ਹੈ। ਪਰ ਗੁਰਮੁਖੋ ਕੋ ਬਗਾਨਾ ਨਹੀਂ। ਉਹਦੇ ਘਰ ਦੇ ਵਿੱਚ ਹੀ ਭਗਤ ਪ੍ਰਹਿਲਾਦ ਪੈਦਾ ਹੋਇਆ, ਜਿਹੜਾ ਵਾਹਿਗੁਰੂ ਦੀ ਕਿਰਪਾ ਦਾ ਪਾਤਰ, ਰੋਮ ਰੋਮ ਵਿੱਚ ਪਰਮਾਤਮਾ ਦਾ। 2 ਭਗਤ ਐਸੇ ਜੇ ਗੁਰਮੁਖੋ ਜਿਨ੍ਹਾਂ ਦਾ ਬਾਣੀ ਵਿੱਚ ਜ਼ਿਕਰ ਆਇਆ, ਬੰਦਿਆ ਜੇ ਨਾਮ ਜਪਣਾ ਹੀ ਤੇ ਇਹਨਾਂ ਤਰ੍ਹਾਂ ਜਪ। ਤੇ ਇਹ ਭਗਤਾਂ ਦੀ ਕੋਈ ਉਮਰ ਕੋਈ 70 ਵਰੇ ਨਹੀਂ ਸੀ, 80 ਵਰੇ ਨਹੀਂ ਸੀ, 5-5 ਸਾਲ ਦੀ ਉਮਰ ਸੀ ਜਦੋਂ ਭਗਤੀ ਦੇ ਦਰਜੇ ਤੇ ਪਹੁੰਚ ਗਏ, ਭਗਤ ਬਣ ਗਏ ਸਨ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦੇ ਬੋਲ ਨੇ, ਰਾਮ ਜਪੋ ਜੀ ਐਸੇ ਐਸੇ ਧਰੂ ਪ੍ਰਹਿਲਾਦ ਜਪਿਓ ਹਰ ਜੈਸੇ। ਪੁੱਛਿਆ ਵੀ ਉਹਨਾਂ ਕੋਈ ਵੱਖਰੇ ਢੰਗ ਨਾਲ ਜਪਿਆ? ਪ੍ਰਹਿਲਾਦ ਨੇ ਕੋਈ ਵੱਖਰੇ ਢੰਗ ਨਾਲ ਜਪਿਆ? ਇਹਨਾਂ ਤਰ੍ਹਾਂ ਤੁਸੀਂ ਕਹਿੰਦੇ ਜਪੋ। ਤੇ ਉਹਦੇ ਵਿਦਵਾਨਾਂ ਨੇ ਅਰਥ ਕੀਤੇ ਨੇ, ਕਹਿਣ ਲੱਗੇ ਬੰਦਿਆ ਅੱਜ ਤੇ ਤੈਨੂੰ ਸਿਮਰਨ ਕਰਨਾ ਹੋਵੇ ਤੇ ਕੋਈ ਮੁਸ਼ਕਲ ਦਾ ਸਾਹਮਣਾ ਕਰਨਾ ਨਹੀਂ ਪੈਂਦਾ। ਅੱਜ ਤੂੰ ਸਿਮਰਨ ਕਰਦਾ, ਲੋਕ ਤੇਰਾ ਮਾਣ ਕਰਦੇ ਨੇ, ਸਨਮਾਨ ਕਰਦੇ ਨੇ। ਤੂੰ ਬਾਣੀ ਪੜ੍ਹਦਾ, ਲੋਕ ਸਲਾਮਾਂ ਕਰਦੇ ਨੇ। ਅੱਜ ਤੇ ਸਿੱਖਾਂ ਦੇ ਘਰ ਦੇ ਵਿੱਚ ਇੰਨੀਆਂ ਬਖਸ਼ਿਸ਼ਾਂ ਨੇ, ਕਿਸੇ ਚੀਜ਼ ਦੀ ਘਾਟ ਪ੍ਰਮਾਤਮਾ ਨੇ, ਗੁਰੂ ਨੇ ਨਹੀਂ ਰਹਿਣ ਦਿੱਤੀ। ਬੰਦਿਆ ਸਿਮਰਨ ਕਰ। ਪਰ ਭਗਤ ਸਾਹਿਬਾਨ ਕਹਿੰਦੇ ਨੇ ਇਹਨਾਂ ਦੀ ਵੱਲ ਵੇਖ, ਇਹਨਾਂ ਨੇ ਕਿਵੇਂ ਸਿਮਰਨ ਕੀਤਾ ਹੈ। ਜਦੋਂ ਭਗਤ ਪ੍ਰਹਿਲਾਦ ਸਿਮਰਨ ਕਰਦੇ ਸਨ ਤੇ ਗੁਰਮੁਖੋ ਕੋਈ ਬਗਾਨਾ ਨਹੀਂ ਆਪਣੇ ਤਲਵਾਰ ਲੈ ਕੇ ਖਲੋ ਗਿਆ ਸੀ। ਉਹਦਾ ਪਿਓ ਕਹਿੰਦਾ ਸੀ ਮੈਂ ਤੈਨੂੰ ਮਾਰ ਦਿਆਂਗਾ ਜੇ ਪ੍ਰਮਾਤਮਾ ਦਾ ਸਿਮਰਨ ਕਰੇਗਾ, ਮੇਰਾ ਸਿਮਰਨ ਕਰ। ਸਿਮਰਨ ਦੇ ਅਰਥ ਹੁੰਦੇ ਨੇ ਵੈਸੇ ਯਾਦ ਕਰਨਾ। ਕਹਿਣ ਲੱਗੇ ਮੈਨੂੰ ਯਾਦ ਕਰਿਆ ਕਰ, ਇਹ ਨਾ ਕਿਹਾ ਕਰ ਜਲੇ ਰਾਮ ਥਲੇ ਰਾਮ, ਇਹ ਕਿਹਾ ਕਰ ਵੀ ਜਲੇ ਹਰਨਾਕਸ਼ ਥਲੇ ਹਰਨਾਕ। ਪਰ ਜੁੜੀ ਹੋਈ ਆਤਮਾ ਕਿਸੇ ਦਾ ਪ੍ਰਵਾਹ ਨਹੀਂ ਕਰਦੀ। ਉਹ ਕਹਿਣ ਲੱਗੇ ਪਿਤਾ ਜੀ ਤੁਸੀਂ ਮੇਰੇ ਪਿਤਾ ਹੋ, ਤੁਹਾਡਾ ਸਤਿਕਾਰ ਕਰਨਾ ਮੇਰਾ ਫਰਜ਼ ਹੈ। ਪਰ ਕਹਿਣ ਲੱਗੇ ਮੈਂ ਸੱਚਾਈ ਤੋਂ ਮੁਨਕਰ ਨਹੀਂ ਹੋ ਸਕਦਾ।
ਪੁੱਛਿਆ ਜੀ ਸਚਾਈ ਕੀ? ਕਹਿਣ ਲੱਗੇ ਜੇ ਜਲ ਵਿੱਚ ਵਾਸਾ ਹੈ ਤੇ ਪਿਤਾ ਜੀ ਤੁਹਾਡਾ ਨਹੀਂ ਰਾਮ ਦਾ, ਜੇ ਥਲ ਵਿੱਚ ਵਾਸਾ ਹੈ ਪਿਤਾ ਜੀ ਤੁਹਾਡਾ ਨਹੀਂ ਪਰਮਾਤਮਾ ਦਾ। ਤੁਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਪੜ੍ਹਦੇ ਹੋ ਨਾ, ਆਰੰਭਤਾ ਕਿੱਥੋਂ ਹੁੰਦੀ? ਇੱਕ ਓੰਕਾਰ। ਤੇ ਇੱਕ ਓੰਕਾਰ ਦੇ ਅਰਥ ਪਤਾ ਕੀ ਕੀਤੇ ਨੇ ਵਿਦਵਾਨਾਂ ਨੇ? ਇੱਕ ਦੇ ਅਰਥ ਨੇ ਪਰਮਾਤਮਾ ਇੱਕ ਹੈ, ਓੰਕਾਰ ਦੇ ਅਰਥ ਕੀਤੇ ਨੇ ਸਰਬ ਵਿਆਪਕ ਹੈ, ਹਰੇਕ ਜਗ੍ਹਾ ਤੇ ਪਰਮਾਤਮਾ ਦਾ ਵਾਸਾ ਹੈ। ਕਿੱਥੇ ਕਿੱਥੇ ਪਰਮਾਤਮਾ ਦਾ ਵਾਸਾ ਹੈ? ਪੁੱਛੋ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ। ਉਹ ਕਹਿੰਦੇ ਨੇ ਜਹ ਜਹ ਪੇਖੂ ਤਹ ਹਜੂਰ ਦੂਰ ਕਤਹੂ ਨਾ ਜਾਈ, ਰਬ ਰਿਆ ਸਰਬਤਰ ਮੈਂ ਮਨ ਸਦਾ ਧਿਆਈ। ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ 400 ਸਾਲਾ ਆਪਾਂ ਇਸ ਸਥਾਨ ਤੇ ਮਨਾ ਰਹੇ ਹਾਂ। ਪੁੱਛੋ ਉਸ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੂੰ, ਮਹਾਰਾਜ ਪਰਮਾਤਮਾ ਦਾ ਵਾਸਾ ਕਿੱਥੇ ਹੈ? ਤੇ ਉਹਨਾਂ ਨੇ ਬਾਕਮਾਲ ਬਚਨ ਕਹਿਣ ਲੱਗੇ, ਘਟ ਘਟ ਮੈਂ ਹਰ ਜੂ ਬਸੇ। ਕਿਤੇ ਇੱਕ ਜਗ੍ਹਾ ਪਰਮਾਤਮਾ ਦਾ ਵਾਸਾ ਥੋੜਾ। ਕੋਈ ਹਿਰਦਾ ਮੈਨੂੰ ਵਿਖਾ ਦਿਓ ਜਿੱਥੇ ਰਾਮ ਨਹੀਂ ਬੋਲਦਾ ਪਿਆ, ਕੋਈ ਮਨੁੱਖ ਵਿਖਾ ਦਿਓ ਜਿਹਦੇ ਅੰਦਰ ਪਰਮਾਤਮਾ ਨਹੀਂ। ਹਰੇਕ ਜਗ੍ਹਾ ਤੇ ਪਰਮਾਤਮਾ ਦਾ ਵਾਸਾ। ਘਟ ਘਟ ਮੈਂ ਹਰ ਜੂ ਬਸੈ, ਸੰਤਨ ਕਹਿਓ ਪੁਕਾਰ। ਕਿੱਥੇ ਪਰਮਾਤਮਾ ਦਾ ਵਾਸਾ? ਸਭ ਗੋਬਿੰਦ ਹੈ ਭਗਤ ਨਾਮਦੇਵ ਸਾਹਿਬ, ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਉਹੀ ਬਚਨ ਪ੍ਰਹਿਲਾਦ ਨੇ ਕਹੇ ਸਨ, ਪਿਤਾ ਜੀ ਤੁਹਾਡਾ ਸਤਿਕਾਰ ਕਰਨਾ ਮੇਰਾ ਫਰਜ਼ ਹੈ, ਤੁਸੀਂ ਮੇਰੇ ਪਿਤਾ ਹੋ। ਪਰ ਕਹਿਣ ਲੱਗੇ ਮੈਂ ਸੱਚਾਈ ਨੂੰ ਕਦੇ ਲੁਕਾਵਾਂਗਾ ਨਹੀਂ। ਤੁਸੀਂ ਕਹਿੰਦੇ ਹੋ ਜਲੇ ਹਰਨਾਕਸ਼, ਥਲੇ ਹਰਨਾਕਸ਼ ਨਹੀਂ। ਜਦੋਂ ਤੁਹਾਨੂੰ ਵੀ ਸਮਝ ਆਵੇਗੀ ਤੁਸੀਂ ਵੀ ਕਹੋਗੇ ਜਲੇ ਰਾਮ ਥਲੇ ਰਾਮ, ਹਰੇਕ ਜਗ੍ਹਾ ਤੇ ਰਾਮ ਦਾ ਵਾਸ। ਉਹਨੇ ਤਲਵਾਰ ਕੱਢ ਕੇ ਖਲੋ ਗਿਆ ਸੀ। ਕਹਿਣ ਲੱਗੇ ਜੇ ਤੂੰ ਮੇਰਾ ਨਾਮ ਨਹੀਂ ਜਪੇਗਾ ਮੈਂ ਤੈਨੂੰ ਮਾਰ ਦਿਆਂਗਾ। ਕਹਿਣ ਲੱਗੇ ਮਾਰ ਦਿਓ ਕੋਈ ਗੱਲ ਨਹੀਂ, ਪਰ ਮੈਂ ਸੱਚ ਬੋਲਦਾ। ਉਹਨੇ 3 ਢੰਗ ਅਪਣਾਏ। ਹੋਲੀ ਕਿਉਂ ਮਨਾਈ ਜਾਂਦੀ? ਸਨਾਤਨ ਧਰਮ ਵਾਲੇ ਕਿਉਂ ਮਨਾਉਂਦੇ ਨੇ? ਉਹ ਕਹਿਣ ਲੱਗੇ ਸਭ ਤੋਂ ਪਹਿਲਾਂ ਪਹਾੜ ਤੋਂ ਥੱਲੇ ਸੁੱਟਿਆ ਇਸ ਬੱਚੇ ਨੂੰ, ਬਚ ਗਿਆ। ਪਰਤ ਕੇ ਉਹਨੂੰ ਜਲ ਦੇ ਵਿੱਚ, ਦਰਿਆ ਦੇ ਵਿੱਚ ਸੁੱਟਿਆ ਗਿਆ, ਬਚ ਗਏ। ਤੇ ਤੀਸਰਾ ਕੰਮ ਕੀਤਾ ਸੀ ਜਿਹੜਾ ਹੋਲੀ ਦੇ ਨਾਲ ਸੰਬੰਧਿਤ। ਉਹ ਕਹਿਣ ਲੱਗੇ ਜੇ ਪਾਣੀ ਵਿੱਚ ਡੁੱਬਿਆ ਨਹੀਂ ਮਰਿਆ, ਜੇ ਪਹਾੜ ਤੋਂ ਥੱਲੇ ਸੁੱਟਿਆ ਨਹੀਂ ਮਰਿਆ, ਇਹਨੂੰ ਅੱਗ ਵਿੱਚ ਸਾੜ ਕੇ ਸਵਾਹ ਕਰ ਦਿਓ। ਉਹਨਾਂ ਨੇ ਕੀ ਢੰਗ ਅਪਣਾਇਆ? ਭਗਤ ਪ੍ਰਹਿਲਾਦ ਦੀ ਭੂਆ ਦਾ ਨਾਮ ਸੀ ਹੋਲਕਾ, ਹਰਨਾਕਸ਼ ਦੀ ਸਕੀ ਭੈਣ ਸੀ ਹੋਲਕਾ। ਉਹਨੇ ਤਪ ਕੀਤਾ ਸੀ, ਬੰਦਗੀ ਕੀਤੀ, ਤੇ ਉਹਨੇ ਵਰ ਲਿਆ ਸੀ ਵੀ ਮੈਨੂੰ ਅੱਗ ਨਾ ਸਾੜੇ। ਤੇ ਉਹਨੂੰ ਇਤਿਹਾਸ ਲਿਖਿਆ ਹਿੰਦੂ ਧਰਮ ਦੇ, ਉਹਦੇ ਕੋਲ ਇੱਕ ਇੰਚ ਕਹਿ ਲਈਏ ਵੀ ਜਾਂ ਫੁਲਕਾਰੀ ਸੀ ਜਾਂ ਚਾਦਰ ਸੀ। ਵਰ ਮਿਲਿਆ ਸੀ ਵੀ ਉਹ ਚਾਦਰ ਆਪਣੇ ਉੱਤੇ ਓੜ ਕੇ ਜਿਹੜੀ ਹੋਲਕਾ ਸੀ ਬਲਦੀ ਅੱਗ ਵਿੱਚ ਬਹਿ ਜਾਏ ਤੇ ਉਹਨੂੰ ਅੱਗ ਨਹੀਂ ਸੀ ਸਾੜਦੀ। ਉਸ ਵੇਲੇ ਹਰਨਾਕਸ਼ ਨੇ ਫਿਰ ਬਚਨ ਕਹੇ ਸੀ, ਕਹਿਣ ਲੱਗੇ ਆਪਣੀ ਭੈਣ ਨੂੰ ਵੀ ਹੋਲਕਾ ਮੈਂ 3 ਢੰਗ ਅਪਣਾਏ ਨੇ, ਇਹ ਮੇਰਾ ਪੁੱਤਰ ਮਰਦਾ ਨਹੀਂ, ਹੁਣ ਤੂੰ ਇਹਨੂੰ ਮਾਰ। ਪੁੱਛਿਆ ਕਿਵੇਂ? ਕਹਿਣ ਲੱਗੇ ਅੱਗ ਨੇ ਤੈਨੂੰ ਸਾੜਨਾ ਨਹੀਂ, ਇਸ ਮੇਰੇ ਪੁੱਤਰ ਨੂੰ ਆਪਣੇ ਭਤੀਜੇ ਨੂੰ ਗੋਦੀ ਵਿੱਚ ਚੁੱਕ ਕੇ ਬਹਿ ਜਾ, ਤੇਰੇ 4 ਚੁਫੇਰੇ ਅੱਗ ਬਾਲ ਦਿੱਤੀ ਜਾਏਗੀ, ਤੂੰ ਅੱਗ ਵਿੱਚ ਬਹਿ ਜੀ, ਤੇਰੇ ਉੱਪਰ ਉਹ ਲੋਈ ਹੋਏਗੀ, ਚਾਦਰ ਹੋਏਗੀ, ਫੁਲਕਾਰੀ ਹੋਏਗੀ, ਤੂੰ ਬਚ ਜਾਏਂਗੀ ਤੇ ਮੇਰਾ ਪੁੱਤਰ ਮਰ ਜਾਏਗਾ। ਇਸੇ ਤਰ੍ਹਾਂ ਕੀਤਾ ਸੀ। ਇਹ ਹਿੰਦੂ ਧਰਮ ਦਾ ਇਤਿਹਾਸ। ਜਿਸ ਵੇਲੇ ਅੱਗ ਬਾਲੀ ਗਈ, ਹੋਲਕਾ ਨੇ ਉੱਤੇ ਚਾਦਰ ਲੈ ਕੇ ਤੇ ਬਹਿ ਗਈ ਆਪਣੇ ਭਤੀਜੇ ਨੂੰ ਗੋਦ ਵਿੱਚ ਲੈ ਕੇ, ਇਹ ਸੜ ਜਾਏਗਾ ਮੈਂ ਬਚ ਜਾਏਂਗੀ। ਪਰ ਐਸੀ ਪ੍ਰਮਾਤਮਾ ਦੀ ਖੇਡ ਵਰਤੀ ਗੁਰਮਖੋ, ਭਗਤਾਂ ਨੂੰ ਕੌਣ ਮਾਰ ਸਕਦਾ? ਭਗਤਾਂ ਦਾ ਕੌਣ ਵਾਲ ਵਿੰਗਾ ਕਰ ਸਕਦਾ? ਕਹਿਣ ਲੱਗੇ ਜਿਸ ਵੇਲੇ ਬਲਦੀ ਅੱਗ ਵਿੱਚ ਬੈਠੀ, ਕਹਿਣ ਲੱਗੇ ਹਵਾ ਦਾ ਵੇਗ ਚੱਲਿਆ, ਉਹ ਜਿਹੜੀ ਉਹਨੇ ਆਪਣੇ ਉੱਪਰ ਫੁਲਕਾਰੀ ਲਈ ਸੀ ਉਹਦੇ ਉੱਤੋਂ ਉੱਡੀ, ਉਹ ਭਗਤ ਪ੍ਰਹਿਲਾਦ ਦੇ ਉੱਤੇ ਆ ਗਈ। ਕਹਿਣ ਲੱਗੀ ਹੋਲਕਾ ਤੇ ਸੜ ਕੇ ਸਵਾਹ ਹੋ ਗਈ, ਭਗਤ ਪ੍ਰਹਿਲਾਦ ਦਾ ਅੱਗ ਵੀ ਵਾਲ ਵਿੰਗਾ ਨਹੀਂ ਕਰ ਸਕਦਾ। ਤੁਸੀਂ ਆਸਾ ਕੀ ਵਾਰ ਉਹ ਸਣਵਰ ਕਰਦੇ ਹੋ ਨਾ। ਅਖੀਰਲਾ ਸ਼ੱਕਾ ਹੀ ਮਹਾਰਾਜ ਜੀ ਨੇ ਭਗਤ ਪ੍ਰਹਿਲਾਦ ਦੀ ਵਡਿਆਈ ਵਿੱਚ ਉਚਾਰਨ ਕੀਤਾ ਹੈ, ਹਰ ਜੁਗ ਜੁਗ ਭਗਤੋ ਪਾਇਆ ਪੈਜ ਰੱਖਦਾ ਆ ਰਾਮ ਰਾਜੇ, ਹਰਨਾਕਸ਼ ਦੁਸ਼ਟ ਹਰ ਮਾਰਿਆ, ਪ੍ਰਹਿਲਾਦ ਤਰਾਇਆ, ਅਹੰਕਾਰੀਆਂ ਨਿੰਦਕਾਂ ਪਿੱਠ ਦੇ, ਨਾਮ ਦਿਓ ਮੁਖ ਲਾਇਆ, ਜਨ ਨਾਨਕ ਐਸਾ ਹਰ ਸੇਵਿਆ ਅੰਤ ਲੈ ਛਡਾਇਆ। ਗੁਰਮੁਖੋ ਜਿਹੜੇ ਰੱਬ ਨੂੰ ਧਿਆਉਂਦੇ ਨੇ ਉਹਨਾਂ ਨੂੰ ਕੋਈ ਨਹੀਂ ਜੇ ਮਾਰ ਸਕਦਾ। ਭਗਤ ਪ੍ਰਹਿਲਾਦ ਦੀ ਬਚਨ ਦੀ ਖੁਸ਼ੀ ਦੇ ਵਿੱਚ ਸਨਾਤਨ ਧਰਮ ਵਾਲਿਆਂ ਨੇ ਫਿਰ ਹੋਲੀ ਮਨਾਉਣੀ ਸ਼ੁਰੂ ਕੀਤੀ। ਇਸ ਹੋਲੀ ਦੇ ਉੱਤੇ ਫਿਰ ਕੀਤਾ ਕੀ? ਲੋਕਾਂ ਦੇ ਉੱਤੇ ਰੰਗ ਸੁੱਟਣਾ ਸ਼ੁਰੂ ਕਰ ਦਿੱਤਾ, ਗੰਦਗੀ ਸੁੱਟਣੀ ਸ਼ੁਰੂ ਕਰ ਦਿੱਤੀ। ਇਹਦੇ ਵਿੱਚ ਇਸ ਤਿਉਹਾਰ ਦੇ ਵਿੱਚ ਇੰਨੀ ਅਸ਼ਲੀਲਤਾ ਆ ਗਈ। ਅੱਜ ਤੁਸੀਂ ਹਿੰਦੁਸਤਾਨ ਦੀ ਧਰਤੀ ਤੇ ਜਾ ਕੇ ਵੇਖੋ ਇਸ ਦਿਨ ਕੀ ਭਾਣਾ ਵਾਪਰਦਾ। ਲੋਕ ਨਸ਼ੇ ਦੇ ਵਿੱਚ ਧੋ ਧੋ ਕੇ, ਨੌਜਵਾਨ ਬੱਚੇ ਗਲੀਆਂ ਦੇ ਵਿੱਚ ਭੱਜੇ ਫਿਰਦੇ ਨੇ, ਇੱਕ ਦੂਜੇ ਦੀ ਧੀ ਭੈਣ ਦੇ ਉੱਤੇ ਰੰਗ ਸੁੱਟਦੇ, ਲੋਕਾਂ ਦੇ ਨਾਲ ਖਿਲਵਾੜ ਕਰਦੇ।
ਮੇਰੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਸਾਨੂੰ ਵਿਲੱਖਣਤਾ ਬਖਸ਼ਿਸ਼ ਕੀਤੀ। ਕਹਿਣ ਲੱਗੇ, ਉਹ ਸਿੱਖੋ, ਮੇਰਾ ਸਿੱਖ ਇਹੋ ਜਿਹੇ ਗੰਦੇ ਰੰਗਾਂ ਦੇ ਨਾਲ ਹੋਲੀ ਨਹੀਂ ਖੇਡੇਗਾ। ਮਹਾਰਾਜ ਜੀ ਨੇ ਉਸ ਵੇਲੇ ਹੋਲਾ ਮਹੱਲਾ ਬਖਸ਼ ਦਿੱਤਾ। ਕਹਿਣ ਲੱਗੇ, ਅਸੀਂ ਹੋਲੀ ਨਹੀਂ ਹੋਲਾ ਮਹੱਲਾ ਖੇਡਣਾ। ਪੁੱਛਿਆ ਜੀ ਇਹਦਾ ਭਾਵ ਕੀ? ਕਹਿਣ ਲੱਗੇ, 2 ਟੀਮਾਂ ਬਣਾਈਆਂ ਗਈਆਂ ਮਹਾਰਾਜ, ਸਿੱਖਾਂ ਨੂੰ 2 ਹਿੱਸਿਆਂ ਵਿੱਚ ਵੰਡਦੇ। ਆਪਣੇ ਸਿੱਖਾਂ ਦੇ ਹੱਥਾਂ ਦੇ ਵਿੱਚ ਸ਼ਸਤਰ ਫੜਾ ਦਿੱਤੇ। ਕਹਿਣ ਲੱਗੇ, ਵੇਖੋ ਦੁਸ਼ਮਣ ਦੜ ਮੜਾਉਂਦਾ ਪਿਆ ਹੈ, ਬਹੁ ਬੇਟੀਆਂ ਚੁੱਕਦਾ ਪਿਆ ਹੈ, ਲੋਕਾਂ ਦੀ ਇੱਜ਼ਤ ਨਾਲ ਖੁਲਵਾੜ ਕਰਦਾ ਪਿਆ ਹੈ। ਸਿੱਖੋ, ਇਸ ਗੰਦੇ ਰੰਗ ਦੇ ਵਿੱਚ ਮਸਤ ਨਾ ਹੋਵੋ। ਅੱਜ ਹੋਲਾ ਮਹੱਲਾ ਆਇਆ, ਤੁਸੀਂ ਆਪਣੇ ਹੱਥਾਂ ਵਿੱਚ ਸ਼ਸਤਰ ਪੜੋ, ਸ਼ਸਤਰ ਧਾਰੀ ਬਣੋ। ਤੇ ਕਹਿਣ ਲੱਗੇ, ਜਿਹੜੇ ਲੋਕ ਜ਼ੁਲਮ ਢਾਉਂਦੇ ਪਏ ਨੇ ਉਹਨਾਂ ਦਾ ਨਾਸ਼ ਕਰਕੇ ਰੱਖ ਦਿਓ। ਹੁਣ ਵੇਖੋ ਗੁਰਮੁਖੋ, ਇਹ ਖਾਲੀ ਚਰਖਾ ਕਮਾਉਣ ਦੇ ਨਾਲ ਹੀ ਦੁਸ਼ਮਣਾਂ ਦਾ ਖਾਤਮਾ ਨਹੀਂ ਹੋਣਾ। ਕਿਹੜਾ ਦੇਸ਼ ਹੈ ਜਿਹੜੀ ਆਪਣੀ ਰੱਖਿਆ ਕਰਨ ਵਾਸਤੇ ਆਪਣੇ ਬਾਰਡਰਾਂ ਦੇ ਉੱਤੇ ਹਥਿਆਰ ਲੈ ਕੇ ਨਹੀਂ ਬੈਠਾ? ਹਰੇਕ ਦੇਸ਼ ਆਪਣੇ ਦੇਸ਼ ਦੀ ਰੱਖਿਆ ਕਰਨ ਵਾਸਤੇ ਨੌਜਵਾਨਾਂ ਨੂੰ ਤੈਨਾਤ ਕਰੀ ਬੈਠਾ, ਸ਼ਸਤਰਧਾਰੀ ਹੋਇਆ ਬੈਠਾ ਹੈ। ਉਹਨੂੰ ਪਤਾ ਹੈ ਵੀ ਜੇ ਆਪਣੇ ਰਾਜ ਨੂੰ ਬਚਾਉਣਾ ਤੇ ਸ਼ਸਤਰ ਚੁੱਕਣਾ ਜ਼ਰੂਰੀ ਹੈ। ਮੇਰੇ ਧੰਨ ਗੁਰੂ ਗੋਬਿੰਦ ਸਿੰਘ ਕਹਿਣ ਲੱਗੇ, ਭਲਿਓ ਆ ਛੱਡੋ ਰੰਗਾਂ ਨੂੰ, ਆਪਣੇ ਹੱਥਾਂ ਵਿੱਚ ਸ਼ਸਤਰ ਫੜੋ। ਜੇ ਸਿੱਖ ਪੰਥ ਨੂੰ ਬਚਾਉਣਾ, ਜੇ ਸਿੱਖਾ ਜੇ ਆਜ਼ਾਦੀ ਨਾਲ ਜ਼ਿੰਦਗੀ ਬਤੀਤ ਕਰਨੀ ਆ, ਤੇ ਫਿਰ ਇਹਨਾਂ ਰੰਗਾਂ ਦੇ ਨਾਲ ਨਹੀਂ, ਹੱਥ ਵਿੱਚ ਕਿਰਪਾਨ ਹੋਣੀ ਚਾਹੀਦੀ, ਤੇਰੇ ਹੱਥ ਵਿੱਚ ਸ਼ਸਤਰ ਹੋਣਾ ਚਾਹੀਦਾ ਹੈ। ਉਸ ਵੇਲੇ ਮਹਾਰਾਜ ਜੀ ਨੇ 2 ਹਿੱਸਿਆਂ ਦੇ ਵਿੱਚ ਸਿੱਖਾਂ ਨੂੰ ਵੰਡ ਦੇਣਾ, ਹੱਥਾਂ ਵਿੱਚ ਸ਼ਸਤਰ ਫੜਾ ਦੇਣੇ। ਕਹਿਣ ਲੱਗੇ, ਇੱਕ ਦੂਜੇ ਤੇ ਵਾਰ ਕਰੋ, ਅਭਿਆਸ ਕਰੋ, ਗੱਤਕੇ ਦਾ ਅਭਿਆਸ ਕਰੋ, ਸ਼ਸਤਰ ਵਿਦਿਆ ਦਾ ਅਭਿਆਸ ਕਰੋ। ਕਹਿਣ ਲੱਗੇ, ਆਉਣ ਵਾਲਾ ਸਮਾਂ ਆਏਗਾ, ਇਹਨਾਂ ਚੀਜ਼ਾਂ ਦੀ ਤੁਹਾਨੂੰ ਲੋੜ ਪਏਗੀ। ਇਹ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਸਾਨੂੰ ਹੋਲੀ ਨਹੀਂ ਹੋਲਾ ਮਹੱਲਾ ਬਖਸ਼ਿਸ਼ ਕੀਤਾ। ਮੈਂ ਇਸ ਕਰਕੇ ਆਪ ਸੰਗਤਾਂ ਨਾਲ ਵਿਚਾਰ ਸਾਂਝੇ ਕੀਤੇ ਨੇ, ਕਿਉਂਕਿ ਬਹੁਤ ਵੱਡੀ ਤਾਦਾਦ ਤੇ ਅੱਜ ਤੇ ਚਲੋ ਸਮਾਂ ਐਸਾ ਬਣ ਗਿਆ, ਸਾਨੂੰ ਪਿਛਲੇ 2 ਵਾਰੀ ਇਸ ਹੋਲੇ ਮਹੱਲੇ ਤੇ ਇੱਥੋਂ ਦੀ ਰੌਣਕ ਵੇਖਣ ਦਾ ਸਮਾਂ ਮਿਲਿਆ। ਬਾ ਕਮਾਲ ਇੱਥੋਂ ਦੀ ਆਪ ਸੰਗਤਾਂ ਦੇ ਸਹਿਯੋਗ ਨਾਲ ਬਹੁਤ ਸੋਹਣੇ ਢੰਗ ਦੇ ਨਾਲ ਇਹ ਹੋਲਾ ਮਹੱਲਾ ਮਨਾਇਆ ਜਾਂਦਾ। ਤੇ ਜੋ ਮਹਾਰਾਜ ਜੀ ਨੇ ਹੋਲੇ ਮਹੱਲੇ ਤੇ ਬਖਸ਼ਿਸ਼ਾਂ ਕੀਤੀਆਂ ਨੇ ਨਾ ਸਾਡੇ ਤੇ, ਉਹਨਾਂ ਨੂੰ ਕਦੀ ਭੁਲਾਇਓ ਨਾ। ਯਾਦ ਰੱਖਿਓ ਸਿੱਖਾ, ਜੇ ਆਪਣੀ ਇੱਜ਼ਤ ਨੂੰ ਬਚਾਉਣਾ ਹੈ ਤੇ ਫਿਰ ਕਿਸੇ ਵੱਲ ਨਾ ਵੇਖ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਦਿੱਤੀ ਹੋਈ ਦਾਤ, ਖੰਡੇ ਬਾਟੇ ਦੀ ਪੌਲ ਛਕ, ਸ਼ਸਤਰਧਾਰੀ ਹੋ, ਤਿਆਰ ਬਰ ਤਿਆਰ ਹੋ, ਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਖੁਸ਼ੀਆਂ ਨੂੰ ਮਾਣ। ਚਰਨਾਂ ਨਾਲ ਜੁੜਿਆ ਰਹਿ ਤਾਂ ਕਿ ਤੇਰਾ ਸੰਸਾਰ ਦੇ ਵਿੱਚ ਆਉਣਾ ਸਫਲ ਹੋ ਸਕੇ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਇਤਿਹਾਸ ਦੀ ਵਿਚਾਰ ਕਰਦਿਆਂ, ਗੁਰਮਤਿ ਵਿਚਾਰਾਂ ਸਾਂਝੀਆਂ ਕਰਦਿਆਂ ਬੇਅੰਤ ਊਣਤਾਈਆਂ ਗਲਤੀਆਂ ਰਹਿ ਜਾਂਦੀਆਂ ਨੇ। ਗੁਰੂ ਅਤੇ ਸੰਗਤ ਨੂੰ ਬਖਸ਼ਣ ਵਾਲੇ ਬਖਸ਼ ਲੈਣਾ ਜੀਓ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਡੰਡੋਤ ਬੰਧਨ ਅਨਕ ਬਾਰ, ਸਰਬ ਕਲਾ ਸਮਰਤ, ਡੋਲਨ ਤੇ ਰਾਖੋ ਪ੍ਰਭੂ, ਨਾਨਕ ਦੇ ਕਰ ਹੱਥ। ਆਨੰਦ ਗੁਣ ਨਿਦਾਨ ਗੁਰੂ, ਗਰੀਬ ਨਿਵਾਜੇ। ਇਨ ਬਿਧ ਇਹ ਮਨ ਹਰਿਆ ਹੋਏ, ਇਨ ਬਿਧ ਇਹ ਮਨ ਹਾਰਿਆ ਹੋਏ, ਹਰ ਹਰ ਨਾਮ ਜਪੈ ਦਿਨ ਰਾਤੀ, ਹਰ ਹਰ ਨਾਮ ਜਪੈ ਦਿਨ
ਕਢੈ ਤੋਏ, ਗੁਰਮੁਖ ਹਉਮੈ ਕਢੈ ਤੋਏ। ਇਨ ਬਿਦ ਇਹ ਮਨ ਹਾਰਿਆ ਹੋਏ, ਇਨ ਬਿਦ ਇਹ ਮਨ ਹਾਰਿਆ ਹੋਏ। ਬਸੰਤ ਚੜਿਆ ਫੂਲੀ ਬਨ ਰਾਏ, ਬਸੰਤ ਚੜਿਆ ਫੂਲੀ ਬਨ ਰਾਏ। ਇਹ ਜੀ ਜੰਤ ਫੂਲ ਚਿਤ ਲਾਏ, ਇਹ ਜੀ ਜੰਤ ਫੂਲ ਹਰ ਚਿਤ ਲਾਏ। ਬਸੰਤ ਚੜਿਆ ਫੂਲੀ ਬਨ ਰਾਏ, ਇਹ ਜੀ ਜੰਤ ਫੂਲੇ ਹਰ ਚਿਤ ਲਾਏ। ਇਨ ਬਿਦ ਇਹ ਮਨ ਹਾਰਿਆ ਹੋਏ, ਇਨ ਬਿਦ ਇਹ ਮਨ ਹਾਰਿਆ ਹੋਏ। ਹਰ ਹਰ ਨਾਮ ਜਪੈ ਦਿਨ ਰਾਤੀ, ਹਰ ਹਰ ਨਾਮ ਜਪੈ ਦਿਨ ਰਾਤੀ। ਗੁਰਮੁਖ ਹਉਮੈ ਕਢੈ ਤੋਏ, ਗੁਰਮੁਖ ਹਉਮੈ ਕਢੈ ਤੋਏ। ਇਨ ਬਿਦ ਇਹ ਮਨ ਹਾਰਿਆ ਹੋਏ, ਇਨ ਬਿਦ ਇਹ ਮਨ ਹਾਰਿਆ ਹੋਏ। ਸਤਿਗੁਰ ਬਾਣੀ ਸ਼ਬਦ ਸੁਣਾਏ, ਇਹ ਜਗ ਹਰਿਆ ਸਤਿਗੁਰ ਪਾਏ, ਇਹ ਜਗ ਹਰਿਆ ਸਤਿਗੁਰ ਪਾਏ। ਫੂਲ ਲਗੇ ਜਾਂ ਆਪੇ ਲਾਏ, ਫਲ ਫੂਲ ਲਾਗੇ ਜਾਂ ਆਪੇ ਲਾਏ। ਫਲ ਫੂਲ ਲਾਗੇ ਜਾਂ ਆਪੇ ਲਾਏ। ਮੂਲ ਲਗੇ ਤਾਂ ਸਤਿਗੁਰ ਪਾਏ, ਮੂਲ ਲਗੇ ਤਾਂ ਸਤਿਗੁਰ ਪਾਏ। ਇਨ ਬਿਦ ਇਹ ਮਨ ਹਾਰਿਆ ਹੋਏ, ਇਨ ਬਿਦ ਇਹ ਮਨ ਹਾਰਿਆ ਹੋਏ। ਹਰ ਹਰ ਨਾਮ ਜਪੈ ਦਿਨ ਰਾਤੀ, ਹਰ ਹਰ ਨਾਮ ਜਪੈ ਦਿਨ ਰਾਤੀ। ਗੁਰਮੁਖ ਹਉਮੈ ਕਢੈ ਤੋਏ, ਗੁਰਮੁਖ ਹਉਮੈ ਕਢੈ ਤੋਏ। ਇਨ ਬਿਦ ਇਹ ਮਨ ਹਾਰਿਆ ਹੋਏ, ਇਨ ਬਿਦ ਇਹ ਮਨ ਹਾਰਿਆ ਹੋਏ। ਆਪ ਬਸੰਤ ਜਗਤ ਸਭ ਵਾੜੀ, ਆਪ ਬਸੰਤ ਜਗਤ ਸਭ ਵਾੜੀ। ਨਾਨਕ ਪੂਰੇ ਭਾਗ ਭਗਤ ਨਿਰਾਲੀ, ਨਾਨਕ ਪੂਰੇ ਭਾਗ ਭਗਤ ਨਿਰਾਲੀ। ਇਹ ਬਿਦ ਇਹ ਮਨ ਹਾਰਿਆ ਹੋਏ, ਇਨ ਬਿਦ ਇਹ ਮਨ ਹਾਰਿਆ ਹੋਏ। ਹਰ ਹਰ ਨਾਮ ਜਪੈ ਦਿਨ ਰਾਤ, ਹਰ ਹਰ ਨਾਮ ਜਪੈ ਦਿਨ ਰਾਤੀ। ਗੁਰਮੁਖ ਹਉਮੈ ਕਢੈ ਤੋਏ,
ਹਰਿਆ ਹੋਏ, ਇਨ ਬਿਦ ਏ ਮਨ ਹਰਿਆ ਹੋਏ, ਇਨ ਬਿਦ ਏ ਮਨ, ਇਨ ਬਿਦ ਏ ਮਨ, ਇਨ ਬਿਦ ਏ ਮਨ ਹਰਿਆ ਹੋਏ। ਇਹ ਰਾਗ ਆਪ ਜੀ ਨੇ ਸਰਵਣ ਕੀਤਾ ਹੈ ਬਿਲਾਵਲ ਥਾਟ ਵਿੱਚ। ਬਸੰਤ ਰਾਗ ਆਪ ਜੀ ਨੇ ਸਰਵਣ ਕੀਤਾ ਹੈ। ਆਓ ਮਿਲ ਕੇ ਪਾਵਨ ਸ਼ਬਦ ਬਸੰਤ ਪੂਰਬੀ ਵਿੱਚ ਆਪੇ ਪਵਰਾ ਫੂਲ ਬੇ, ਆਪੇ ਪਵਰਾ ਫੂਲ ਬੇ, ਆਪੇ ਸੰਗਤ ਮੀਤ ਮੇਲ, ਆਪੇ ਸੰਗਤ ਮੀਤ ਮੇਲ, ਆਪੇ ਸੰਗਤ ਮੀਤ ਮੇਲ, ਆਪੇ ਸੰਗਤ ਮੀਤ ਮੇਲ, ਆਪੇ ਪਵਰਾ ਫੂਲ ਬੇ, ਆਪੇ ਪਵਰਾ ਫੂਲ ਬੇਲ, ਆਪੇ ਸੰਗਤ ਮੀਤ ਮੇਲ, ਆਪੇ ਸੰਗਤ ਮੀਤ ਮੇਲ, ਆਪੇ ਪਵਰਾ ਫੂਲ ਬੇ। ਐਸੀ ਪਵਰਾ ਬਾਸ ਲੈ, ਐਸੀ ਪਵਰਾ ਬਾਸ ਲੈ, ਤਰਵਰ ਫੂਲੇ ਬਨ ਹਰੇ, ਤਰਵਰ ਫੂਲੇ ਬਨ ਹਰੇ, ਆਪੇ ਪਵਰਾ ਫੂਲ ਬੇ, ਆਪੇ ਪਵਰਾ ਫੂਲ ਬੇਲ, ਆਪੇ ਸੰਗਤ ਮੀਤ ਮੇਲ, ਆਪੇ ਸੰਗਤ ਮੀਤ ਮੇਲ, ਆਪੇ ਪਵਰਾ ਫੂਲ ਬੇ। ਆਪੇ ਕਵਲਾ ਕੰਤ ਆਪ, ਆਪੇ ਕਵਲਾ ਕੰਤ ਆਪ, ਆਪੇ ਰਾਵੇ ਸ਼ਬਦ ਥਾਪ, ਆਪੇ ਰਾਵੇ ਸ਼ਬਦ ਥਾਪ, ਆਪੇ ਬਚਰੂ ਗਊ ਖੀਰ, ਆਪੇ ਬਚਰੂ ਗਊ ਖੀਰ, ਆਪੇ ਮੰਦਰ ਥਮ ਸਰੀਰ, ਆਪੇ ਮੰਦਰ ਥਮ ਸਰੀਰ, ਆਪੇ ਮੰਦਰ ਥਮ ਸਰੀਰ, ਆਪੇ ਮੰਦਰ ਥਮ ਸਰੀਰ, ਆਪੇ ਪਵਰਾ ਫੂਲ ਬੇ, ਆਪੇ ਪਵਰਾ ਫੂਲ ਬੇ, ਆਪੇ ਸੰਗਤ ਮੀਤ ਮੇਲ, ਆਪੇ ਸੰਗਤ ਮੀਤ ਮੇਲ, ਆਪੇ ਪਵਰਾ ਫੂਲ ਬੇ, ਆਪੇ ਪਵਰਾ ਫੂਲ ਬੇ।
ਕਰਨਹਾਰ ਆਪੇ ਕਰਨੀ ਕਰਨਹਾਰ ਆਪੇ ਗੁਰਮੁਖ ਕਰ ਵਿਚਾਰ 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 ਆਪੇ ਪਵਰਾ ਫੂਲ ਦੇ ਆਪੇ ਪਵਰਾ ਫੂਲ ਦੇ आपे संगत मीत में आपे संगत मीत में आपे पवरा फूल दे आपे पवरा फूल दे कर कर देख करनहार तू कर कर देख करनहार जोत जी असंख दे दाता जोत जी असंख दे आधार तू सर सागर गुण गहीर तू सर सागर गुण गहीर तू अकल निरंजन परम हीर तू अकुल निरंजन परम हीर तू अकुल निरंजन परम हीर तू अकुल निरंजन परम हीर आपे पवरा फूल दे आपे पवरा फूल दे आपे संगत मीत बेल आपे संगत मीत में आपे पवरा फूल दे आपे पवरा फूल दे आपे करता करण जोग तू आपे करता करण जोग ने केवल राजन सुखी लोग ने केवल राजन सुखी लोग नानक त्रापे हर नाम स्वाद नानक त्रापे हर नाम स्वाद बिन हर गुर प्रीतम जन्म बाद बिन गुर प्रीतम जन्म बाद बिन हर गुर प्रीतम जन्म बाद बिन हर गुर प्रीतम जन्म बाद बिन हर गुर प्रीतम जन्म बाद आपे पवरा फूल दे आपे पवरा